ਹੈਲੋ ਲਰਨਰਸ, ਵੈਲਕਮ ਬੈਕ ਟੂ ਮੈਕ ਐਜੂਕੇਸ਼ਨਸ। ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ 8ਵੀਂ ਜਮਾਤ ਦੇ ਗਣਿਤ ਵਿਸ਼ੇ ਦਾ ਅਧਿਐਨ ਕਰ ਰਹੇ ਹਾਂ। ਹੁਣ ਤੱਕ ਅਸੀਂ ਪਾਠ 6 ਅਤੇ 7ਵੇਂ ਪਾਠ ਦੀ ਅਭਿਆਸ 7.1 ਯਾਨੀ ਕਿ ਅਨੁਪਾਤ ਬਾਰੇ ਅਤੇ ਪਰਸੈਂਟੇਜ ਬਾਰੇ ਯਾਨੀ ਕਿ ਪ੍ਰਤੀਸ਼ਤ ਬਾਰੇ ਗੱਲਬਾਤ ਕਰਕੇ ਆ ਚੁੱਕੇ ਹਾਂ। ਅੱਜ ਅਸੀਂ ਕੀ ਕਰਨਾ ਹੈ, ਅਭਿਆਸ 7.2। ਠੀਕ ਹੈ, ਇਹ ਆਧਾਰਿਤ ਕਿਹਦੇ 'ਤੇ ਹੈ? ਇਹ ਕਟੌਤੀ 'ਤੇ ਆਧਾਰਿਤ ਹੈ, ਕਟੌਤੀ ਅਤੇ ਕਟੌਤੀ ਪ੍ਰਤੀਸ਼ਤ ਦੇ ਉੱਤੇ। ਠੀਕ ਹੈ, ਕਟੌਤੀ ਅਤੇ ਕਟੌਤੀ ਪ੍ਰਤੀਸ਼ਤ। ਤੁਸੀਂ ਅਕਸਰ ਵੇਖਿਆ ਹੋਏਗਾ ਮਾਰਕੀਟ ਦੇ ਵਿੱਚ ਜਦੋਂ ਜਾਂਦੇ ਹੋ ਕਿ ਸੇਲ ਲੱਗੀ ਹੁੰਦੀ ਹੈ, ਦੁਕਾਨਦਾਰਾਂ ਨੇ ਲਿਖਿਆ ਹੁੰਦਾ ਸੇਲ 30%, ਫਲੈਟ 30%। ਠੀਕ ਹੈ, ਜਾਂ ਕਈ ਵਾਰ ਲਿਖਿਆ ਹੁੰਦਾ ਫਲੈਟ 50%। ਤਾਂ ਇਹ ਜਿਹੜੀ ਉਹ ਛੂਟ ਦਿੰਦੇ ਆ, ਸਾਨੂੰ ਛੋਟ ਦੇ ਦਿੰਦੇ ਆ ਵੀ ਜਿਹੜਾ ਮੰਨ ਲਓ ਕੋਈ ਚੀਜ਼ ਹੈਗੀ 2000 ਦੀ, ਠੀਕ ਹੈ, ਉਹਦੇ ਉੱਤੇ ਉਹਨਾਂ ਨੇ ਕਹਿ ਦਿੰਦਾ ਹੈ ਵੀ 50% ਦੀ ਭਾਰੀ ਛੂਟ। ਠੀਕ ਹੈ, ਤਾਂ ਇਹ ਜਿਹੜੀ 50% ਦੀ ਛੋਟ ਹੈ 2000 ਦੇ ਉੱਤੇ, ਅਸੀਂ ਵੇਖਿਆ ਸੀ ਕਿ ਪ੍ਰਤੀਸ਼ਤ ਜਿਹੜਾ ਹੁੰਦਾ ਹੈ ਉਹ ਹਮੇਸ਼ਾ ਕਿਸੇ ਸੰਖਿਆ ਦੇ ਉੱਪਰ ਹੁੰਦਾ। ਠੀਕ ਹੈ, ਪ੍ਰਤੀਸ਼ਤ ਕਦੇ ਵੀ ਅਕੇਲਾ ਨਹੀਂ ਹੁੰਦਾ, ਸੰਖਿਆ ਦਾ ਪ੍ਰਤੀਸ਼ਤ ਹੁੰਦਾ ਹੈ, ਅਤੇ ਫਿਰ ਅਸੀਂ ਬਟਾ 100 ਕਰ ਦਿੰਦੇ ਹਾਂ। ਇਹ ਪਿਛਲੇ ਅਭਿਆਸ ਦੇ ਵਿੱਚ ਅਸੀਂ ਕਰਕੇ ਆਏ ਸੀ। ਠੀਕ ਹੈ, ਤਾਂ ਇਹ ਜਿਹੜੀ 2000 ਉੱਪਰ ਆਪਾਂ ਨੂੰ 50% ਦੀ ਛੋਟ ਮਿਲੀ ਹੈ, ਇਹ ਕੀ ਹੈ? ਕਟੌਤੀ ਹੈ। ਠੀਕ ਹੈ, ਕਟੌਤੀ ਮਤਲਬ ਜਿਹੜਾ ਸਾਨੂੰ ਫਾਇਦਾ ਹੋਇਆ ਹੈ, ਜਿਹੜੇ ਦੁਕਾਨਦਾਰ ਨੇ ਸਾਨੂੰ ਸ਼ੋਅ ਕੀਤਾ ਕਿ ਸਾਨੂੰ ਫਾਇਦਾ ਹੋਇਆ, ਜਿਹੜੀ ਚੀਜ਼ ਸਾਨੂੰ 2000 ਦੀ ਮਿਲ ਰਹੀ ਸੀ 50% ਛੋਟ ਤੋਂ ਬਾਅਦ ਹੁਣ ਸਾਨੂੰ 1000 ਰੁਪਏ ਦੀ ਮਿਲ ਰਹੀ ਹੈ, ਅਤੇ ਪਹਿਲਾਂ 2000 ਦੀ ਸੀ, ਹੁਣ ਸਾਨੂੰ 1000 ਦੀ ਮਿਲੀ ਹੈ, ਤਾਂ ਸਾਨੂੰ 1000 ਰੁਪਏ ਦਾ ਫਾਇਦਾ ਹੋ ਗਿਆ। ਠੀਕ ਹੈ, ਤਾਂ ਇਹ ਜਿਹੜੀ ਮਿਲੀ ਹੈ ਇਹ ਸਾਨੂੰ ਕਟੌਤੀ ਮਿਲੀ ਹੈ। ਠੀਕ ਹੈ ਜੀ, ਇਹਦੇ 'ਤੇ ਗੱਲਬਾਤ ਅੱਜ ਅਸੀਂ ਕਰਨੀ ਹੈ। ਤਾਂ ਅਸੀਂ ਕਟੌਤੀ ਲਈ ਇੱਕ ਫਾਰਮੂਲਾ ਯੂਜ਼ ਕਰਾਂਗੇ, ਕਟੌਤੀ ਪ੍ਰਤੀਸ਼ਤ। ਕਟੌਤੀ ਪ੍ਰਤੀਸ਼ਤ ਅਸੀਂ ਕਿਵੇਂ ਨਿਕਾਲਦੇ ਹਾਂ? ਕਟੌਤੀ ਜਿੰਨੀ ਮਿਲੀ ਹੈ ਸੰਖਿਆ ਦੇ ਵਿੱਚ। ਠੀਕ ਹੈ, ਆ ਦੇਖੋ ਹੁਣ ਜੇ ਕਟੌਤੀ 1% 'ਤੇ ਫਰਕ ਨਹੀਂ ਹੁੰਦਾ ਤਾਂ ਦੋਵੇਂ ਪਾਸੇ ਇੱਕੋ ਵਰਗੀ ਨਹੀਂ ਚੀਜ਼ ਹੋ ਸਕਦੀ ਸੀ ਨਾ। ਤਾਂ ਇੱਥੇ ਕੀ ਹੈ? ਕਟੌਤੀ ਦਾ ਪ੍ਰਤੀਸ਼ਤ ਹੈ, ਇੱਥੇ ਕਟੌਤੀ ਹੈ ਬਟਾ ਅੰਕਿਤ ਮੁੱਲ ਗੁਣਾ 100। ਠੀਕ ਹੈ, ਜਦੋਂ ਸਾਨੂੰ ਪੁੱਛਿਆ ਜਾਵੇ ਕਿ ਕਿੰਨੇ ਪ੍ਰਤੀਸ਼ਤ ਦੀ ਕਟੌਤੀ ਮਿਲੀ, ਉਦੋਂ ਅਸੀਂ ਇਹ ਵਾਲਾ ਫਾਰਮੂਲਾ ਯੂਜ਼ ਕਰਾਂਗੇ। ਠੀਕ ਹੈ, ਕੁਐਸਚਨ ਦੇ ਉੱਤੇ ਆਉਂਦੇ ਹਾਂ, ਕੁਐਸਚਨ ਸਮਝਦੇ ਹਾਂ, ਫਿਰ ਸਾਨੂੰ ਥੋੜ੍ਹੀ ਸਮਝ ਲੱਗੇਗੀ। ਹਾਂਜੀ, ਪਹਿਲਾ ਕੁਐਸਚਨ ਹੈ ਕਿ 1920 ਅੰਕਿਤ ਮੁੱਲ ਵਾਲਾ ਇੱਕ ਪੈਕੇਟ 1840 ਵਿੱਚ ਵੇਚਿਆ ਜਾਂਦਾ ਹੈ। ਕਟੌਤੀ ਅਤੇ ਕਟੌਤੀ ਪ੍ਰਤੀਸ਼ਤ ਪਤਾ ਕਰੋ। ਕਟੌਤੀ ਤਾਂ ਅਸੀਂ ਸਿੱਧੀ ਨਿਕਾਲ ਲੈਂਦੇ ਹਾਂ, ਮਾਈਨਸ ਕਰਾਂਗੇ ਕਟੌਤੀ ਨਿਕਲ ਜੇਗੀ। ਠੀਕ ਹੈ, ਅਸੀਂ ਕੀ ਲਿਖਾਂਗੇ? ਅੰਕਿਤ ਮੁੱਲ ਕਿੰਨਾ ਹੈ? ਪੈਕੇਟ ਦਾ ਅੰਕਿਤ ਮੁੱਲ, ਪੈਕੇਟ ਦਾ ਅੰਕਿਤ ਮੁੱਲ ਕਿੰਨਾ ਹੈ? 1920 ਰੁਪਏ। ਠੀਕ ਹੈ, ਅਤੇ ਵੇਚ ਮੁੱਲ ਕਿੰਨਾ ਹੈ? ਪੈਕੇਟ ਦਾ ਵੇਚ ਮੁੱਲ ਜਿਹਦੇ 'ਤੇ ਉਹ ਵੇਚਿਆ ਗਿਆ ਹੈ, ਉਹ ਕਿੰਨਾ ਹੈ? 1840 ਰੁਪਏ। ਠੀਕ ਹੈ, ਕੋਈ ਪੈਕੇਟ ਹੈ, ਠੀਕ ਹੈ, ਇਸ ਤਰੀਕੇ ਨਾਲ ਕੋਈ ਪੈਕੇਟ ਹੈ। ਠੀਕ ਹੈ, ਕੋਈ ਵੀ ਲਾ ਲਓ ਕਿਸੇ ਵੀ ਚੀਜ਼ ਦਾ। ਠੀਕ ਹੈ, ਉਹਦੇ ਉੱਤੇ ਕੀ ਹੈ? ਇੱਥੇ ਲਿਖਿਆ ਹੁੰਦਾ ਨਾ, ਰੇਟ ਲਿਖਿਆ ਹੁੰਦਾ ਕਿਸੇ ਵੀ ਚੀਜ਼ ਦਾ ਵੀ ਇਹਦੇ ਉੱਤੇ ਰੇਟ ਐਵੇਂ ਲਿਖਿਆ ਹੈ। ਠੀਕ ਹੈ, 1920। ਪਰ ਦੁਕਾਨਦਾਰ ਕਹਿੰਦਾ ਹੈ ਦੇਖੋ ਜੀ ਇਹਦੇ ਉੱਤੇ ਰੇਟ ਤਾਂ ਇੰਨਾ ਹੈ, ਮੈਂ ਤੁਹਾਨੂੰ ਪਰ ਇਹ 1840 ਰੁਪਏ ਦਾ ਦੇ ਦਾਂਗਾ। ਠੀਕ ਹੈ, ਤਾਂ ਉਸ ਕੇਸ ਦੇ ਵਿੱਚ ਅਸੀਂ ਕੀ ਕਰਾਂਗੇ? ਹੁਣ ਵੇਚ ਮੁੱਲ ਘੱਟ ਹੈ, ਠੀਕ ਹੈ, ਅੰਕਿਤ ਮੁੱਲ ਇੰਨਾ ਸੀ, ਤਾਂ ਆਪਾਂ ਨੂੰ ਕਟੌਤੀ ਕਿੰਨੀ ਮਿਲੀ? ਦੋਵਾਂ ਨੂੰ ਮਾਈਨਸ ਕਰ ਦਈਏ, ਵੱਡੀ ਸੰਖਿਆ ਵਿੱਚੋਂ ਛੋਟੀ ਸੰਖਿਆ ਘਟਾ ਦਈਏ, ਅੰਕਿਤ ਮੁੱਲ ਵਿੱਚੋਂ ਆਪਾਂ ਵੇਚ ਮੁੱਲ ਘਟਾ ਦਈਏ। ਠੀਕ ਹੈ, ਹੁਣ ਅੰਕਿਤ ਮੁੱਲ ਕਿੰਨਾ ਸੀ? 1920, ਅਤੇ ਵੇਚ ਮੁੱਲ ਕਿੰਨਾ ਸੀ ਸਾਡੇ ਕੋਲ? 1840 ਰੁਪਏ। ਤਾਂ ਜਦੋਂ ਮਾਈਨਸ ਕਰਾਂਗੇ ਸਾਡੇ ਕੋਲ ਕਿੰਨਾ ਆ ਗਿਆ? 80 ਰੁਪਏ। 80 ਰੁਪਏ ਦੀ ਸਾਨੂੰ ਕਟੌਤੀ ਮਿਲ ਗਈ, ਯਾਨੀ ਕਿ 80 ਰੁਪਏ ਦਾ ਸਾਨੂੰ ਦੁਕਾਨਦਾਰ ਦੇ ਅਨੁਸਾਰ ਫਾਇਦਾ ਹੋ ਗਿਆ। ਹੁਣ ਪ੍ਰਤੀਸ਼ਤ ਨਿਕਾਲਣਾ ਹੈ। ਪ੍ਰਤੀਸ਼ਤ ਨਿਕਾਲਣ ਦਾ ਤੁਹਾਨੂੰ ਫਾਰਮੂਲਾ ਹੁਣੇ ਮੈਂ ਉੱਤੇ ਲਿਖਵਾਇਆ ਸੀ। ਠੀਕ ਹੈ, ਇਹ ਫਾਰਮੂਲਾ ਸੀ ਨਾ। ਠੀਕ, ਤਾਂ ਸਾਨੂੰ ਹੁਣ ਕੀ ਹੈ? ਕਟੌਤੀ ਪ੍ਰਤੀਸ਼ਤ ਨਿਕਾਲਣਾ ਹੈ। ਕਟੌਤੀ ਸਾਨੂੰ ਪਤਾ ਹੈ ਅਸੀਂ ਕਿੰਨੀ ਨਿਕਾਲੀ ਹੈ? 80 ਰੁਪਏ। 80
ਕਟੌਤੀ ਹਮੇਸ਼ਾ ਕਿਹਦੇ ਉੱਪਰ ਹੁੰਦੀ ਹੈ? ਅੰਕਿਤ ਮੁੱਲ ਦੇ ਉੱਤੇ ਹੁੰਦੀ ਹੈ। ਅੰਕਿਤ ਮੁੱਲ ਦੇ ਉੱਪਰ ਕਟੌਤੀ ਮਿਲਦੀ ਹੁੰਦੀ ਹੈ। ਵੇਚ ਮੁੱਲ ਦੇ ਉੱਤੇ, ਖਰੀਦ ਮੁੱਲ ਦੇ ਉੱਤੇ ਉਹਨਾਂ 'ਤੇ ਨਹੀਂ ਮਿਲਦੀ, ਸਿਰਫ ਅੰਕਿਤ ਮੁੱਲ ਦੇ ਉੱਤੇ। ਇਹ ਯਾਦ ਰੱਖਣੀ ਹੈ ਹਮੇਸ਼ਾ ਗੱਲ, ਠੀਕ ਹੈ। 80 ਬਟਾ ਅੰਕਿਤ ਮੁੱਲ ਕਿੰਨਾ ਸੀ ਸਾਡੇ ਕੋਲ? 1920 ਗੁਣਾ ਕੀ ਕਰਾਂਗੇ? 100, ਠੀਕ ਹੈ। ਹੁਣ ਇਹਨੂੰ ਕੈਂਸਲ ਕਰਨ ਦੀ ਕੋਸ਼ਿਸ਼ ਕਰਾਂਗੇ। 24 ਆ ਗਿਆ ਨੀਚੇ ਵਾਲੀ ਸਾਈਡ, ਠੀਕ ਹੈ। ਤਾਂ ਇਸ ਨੂੰ ਅਸੀਂ ਫਰਦਰ ਭਾਗ ਕੀਤਾ ਜਦੋਂ, पच्ची बटा 6, ਇਹ ਕਿੰਨਾ ਆ ਜਾਏਗਾ? 25/6%, यानी कि ਜਦੋਂ ਆਪਾਂ ਇਹਨੂੰ ਭਾਗ ਕਰਾਂਗੇ ਤਾਂ 6 ਚੌਕ 24, ਇੱਕ ਬਚਿਆ 6 ਕਮ 6, ਠੀਕ ਹੈ। 4.16% ਉਹਨੂੰ ਕਟੌਤੀ ਮਿਲ ਗਈ, ਠੀਕ ਜੀ। ਇਹ ਆਨਸਰ ਆ ਗਿਆ ਸਾਡੇ ਕੋਲ, ਠੀਕ ਹੈ। ਕੀ ਕੀਤਾ ਸੀ? ਸਾਨੂੰ ਅੰਕਿਤ ਮੁੱਲ ਦਿੱਤਾ ਸੀ, ਉਹਨੂੰ ਵੇਚ ਮੁੱਲ ਦਿੱਤਾ ਸੀ। ਅਸੀਂ ਕਟੌਤੀ ਪਤਾ ਕੀਤੀ ਕਿਵੇਂ? ਦੋਵਾਂ ਨੂੰ ਮਾਈਨਸ ਕਰਕੇ, ਘਟਾਓ ਕਰਕੇ। ਉਸ ਤੋਂ ਬਾਅਦ ਕਟੌਤੀ ਦਾ ਪ੍ਰਤੀਸ਼ਤ ਨਿਕਾਲਣਾ ਸੀ। ਕਟੌਤੀ ਪ੍ਰਤੀਸ਼ਤ ਕੀ ਹੁੰਦਾ ਹੈ? ਕਟੌਤੀ ਬਟਾ ਅੰਕਿਤ ਮੁੱਲ ਗੁਣਾ 100, ਠੀਕ ਹੈ। ਤਾਂ ਉਸ ਤੋਂ ਬਾਅਦ ਅਸੀਂ ਇਹਨੂੰ ਸੋਲਵ ਕੀਤਾ ਤੇ ਸਾਡੇ ਕੋਲ ਆਨਸਰ ਕਿੰਨਾ ਆ ਗਈ? ਪ੍ਰਤੀਸ਼ਤ ਕਿੰਨੀ ਆ ਗਈ? 4.16% ਆਨਸਰ ਆ ਗਿਆ। ਅਗਲਾ ਕੁਐਸਚਨ ਹੈ ਕਿ 791 ਵਾਲੀ ਇੱਕ ਕਿਤਾਬ 678 ਰੁਪਏ ਵਿੱਚ ਵੇਚੀ ਜਾਂਦੀ ਹੈ। ਹੁਣ ਦੇਖੋ ਅੰਕਿਤ ਮੁੱਲ ਉਹਨਾਂ ਨੇ ਐਵੇਂ ਨਹੀਂ ਕਿਹਾ, ਸਿੱਧਾ ਨਹੀਂ ਦੱਸਿਆ ਅੰਕਿਤ ਮੁੱਲ ਕਿੰਨਾ ਹੈ ਜਾਂ ਕੁਛ ਹੈ, ਤੁਸੀਂ ਆਪ ਵੇਖਣਾ ਹੈ। 791 ਦੀ ਕੋਈ ਕਿਤਾਬ ਹੈ, ਉਹਨੂੰ ਵੇਚਿਆ ਹੈ 678 ਰੁਪਏ ਦੇ ਵਿੱਚ। ਇਹਦਾ ਮਤਲਬ ਆ ਅੰਕਿਤ ਮੁੱਲ ਹੋ ਗਿਆ, ਠੀਕ ਹੈ। ਤੇ ਆਹ ਵਾਲਾ ਕੀ ਹੋ ਗਿਆ? ਵੇਚ ਮੁੱਲ, ਠੀਕ ਹੈ। ਤਾਂ ਸੇਮ ਉਹੀ ਬਿਲਕੁਲ ਪਿਛਲੇ ਕੁਐਸਚਨ ਤਰ੍ਹਾਂ ਹੋ ਗਿਆ ਹੀ। ਕੀ ਲਿਖਾਂਗੇ? ਕਿਤਾਬ ਦਾ अंकित मुल, किताब का अंकित मुल कितना है? 791 रुपये, ठीक है। किताब का वेच मुल कितना है? हुण वेची किन्ने च गई है? 678 रुपये दे विच, ठीक है। तो कटौती किन्नी आ गई? कटौती किन्नी मिली? किन्नी मिली सानू? 791 माइनस 678। जो दोवां नूं माइनस किया साडे कोल किन्नी आ गई? 113 रुपये की कटौती मिल गई, ठीक है। ये तो कटौती आ गई रुपए दे विच। कटौती का प्रतिशत निकालना है। कटौती प्रतिशत असी किवें निकालिया सी? ये फॉर्मूला लगावांगे असी, ठीक है। तो कटौती किन्नी मिली सानू? 113 रुपये की कटौती मिली है। अंकित मुल कितना सी? 791 गुना किहदे नाल करना है? 100 दे नाल, ठीक है। हुण इहनूं कैंसल करके जे आपां वेखांगे, जदों इहनूं असीं डिवाइड किया तो साडे कोल कितना आ गया? इत्थे 7 आ गया। जदों इसनूं असीं 7 दे नाल डिवाइड किया 100/7%। जदों इहनूं फर्दर सॉल्व करांगे साडे कोल कितना आ जाएगा? तुसीं इस तरीके नाल करके वेख सकते हो, ठीक है। इन्नी तो तुहानूं आप नूं हुण पता भी होएगा कि किस तरीके नाल करना है, ठीक है। तो साडे कोल कितना आ गया? लगभग 14.2%, ठीक है। इन्नी सानूं कटौती मिल गई। ये साडे कोल आंसर आ गया फाइनल, ठीक है जी। अगले क्वेश्चन के उपर चलते हैं। थर्ड क्वेश्चन है कि एक बैग का अंकित मुल इन्ना है। हुण उन्होंने की किया कि कटौती दिती जाती है 15% की। कटौती नहीं, प्रतिशत कटौती दी जाती है, ठीक है। पूरे प्रॉपर रुपए दे विच कटौती नहीं दसी। तो बैग का वेच मुल पता करो, ठीक है जी। कर लैंदे असी की करांगे? बैग का अंकित मुल। बैग का अंकित मुल कितना है? 220 रुपये, ठीक है। कटौती प्रतिशत, असी कटौती प्रतिशत लिख रहे हैं तो असी की लिखांगे? 15%। अकेली कटौती निकालांगे, मतलब रुपए दे विच कटौती निकालांगे तो की करांगे? 220 का 15%, क्योंकि अंकित मुल उत्ते कटौती मिलती है तो संख्या दा ही
मतलब प्रतिशत निकलता है। ਅਸੀਂ ਪਿਛਲੇ ਅਭਿਆਸ ਦੇ ਵਿੱਚ ਵੀ ਕੀਤਾ ਸੀ। 220 ਦਾ ਮਤਲਬ ਤੁਹਾਨੂੰ ਕੀ ਦੱਸਿਆ ਸੀ ਬੱਚਿਓ, ਗੁਣਾ 15/100। ਇਹਨੂੰ ਜਦੋਂ ਅਸੀਂ ਭਾਗ ਕੀਤਾ, 0 ਨਾਲ 0 ਕੈਂਸਲ ਕੀਤੀ, ਠੀਕ ਹੈ, 33% ਦੀ ਕਟੌਤੀ ਆ ਗਈ। ਇੱਕ ਗੱਲ ਹੋਰ ਹੈ, ਵੈਸੇ ਤਾਂ ਇਹ ਬੜੀ ਬੇਸਿਕ ਜੀ ਗੱਲ ਹੈ ਇਹ ਵਾਲੀ, ਕਿ ਅਸੀਂ ਕੱਟ ਕਿਵੇਂ ਕਰਦੇ ਹਾਂ ਜਾਂ ਕੈਂਸਲ ਆਊਟ ਕਿਵੇਂ ਕਰਦੇ ਹਾਂ ਜਦੋਂ ਡਿਨੋਮੀਨੇਟਰ ਤੇ ਮਤਲਬ ਡਿਨੋਮੀਨੇਟਰ ਦਿੱਤਾ ਹੋਵੇ ਜਾਂ ਅੰਸ਼ ਤੇ ਹਰ ਨੂੰ ਅਸੀਂ ਕੈਂਸਲ ਕਰਕੇ ਗੁਣਾ ਕਰਕੇ ਇਸ ਤਰੀਕੇ ਦੇ a/b ਗੁਣਾ c/d ਇਹਨਾਂ ਨੂੰ ਕੈਂਸਲ ਆਊਟ ਕਿਸ ਤਰੀਕੇ ਨਾਲ ਕਰਦੇ ਹਾਂ। ਕੁਐਸਚਨ ਵੈਸੇ ਬੇਸਿਕਲੀ ਸਾਰਿਆਂ ਨੂੰ ਆਉਂਦੇ ਹੈ 8ਵੀਂ ਕਲਾਸ ਦੇ ਬੱਚਿਆਂ ਨੂੰ, ਬਟ ਫਿਰ ਵੀ ਜੇ ਤੁਹਾਨੂੰ ਕਿਤੇ ਡਾਊਟ ਹੈਗਾ ਹੈ ਵੀ ਤੁਸੀਂ ਕਹਿੰਦੇ ਹੋ ਵੀ ਸਾਡਾ ਬੇਸ ਕਦੇ ਕਲੀਅਰ ਨਹੀਂ ਕੀਤਾ ਗਿਆ ਜਾਂ ਸਾਡੇ ਵੱਲੋਂ ਹੀ ਕੋਈ ਕਮੀ ਰਹਿ ਗਈ, ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ। ਮੈਂ ਇਹਦੇ ਲਈ ਇੱਕ ਅਲੱਗ ਤੋਂ ਲੈਕਚਰ ਬਣਾ ਦੂੰਗੀ, ਠੀਕ ਹੈ। ਤੇ ਕਿੰਨਾ ਆ ਗਿਆ ਕਟੌਤੀ ਸਾਡੇ ਕੋਲ? 33% ਨਹੀਂ ਆਇਆ। ਦੇਖੋ ਮੈਂ ਵੀ ਗਲਤੀ ਕਰਤੀ, 33% ਨਹੀਂ ਆਇਆ, ਪ੍ਰਤੀਸ਼ਤ ਤਾਂ ਅਸੀਂ ਕੱਢਿਆ ਹੈ 220 ਦਾ 15%, ਇਸ ਨੂੰ ਤਾਂ ਅਸੀਂ ਹੱਲ ਕੀਤਾ। ਇਹ ਕੀ ਆਇਆ ਸਾਡੇ ਕੋਲ? ਇੰਨੇ ਰੁਪਏ ਆਏ ਹੈ ਕਿ ਇੰਨੇ ਰੁਪਏ ਦੀ ਸਾਨੂੰ ਕਟੌਤੀ ਮਿਲੀ ਹੈ, ਠੀਕ ਹੈ। 33 ਰੁਪਏ ਦੀ ਸਾਨੂੰ ਕੀ ਮਿਲ ਗਈ? ਕਟੌਤੀ। ਅੰਕਿਤ ਹੁਣ ਵੇਚ ਮੁੱਲ ਕਿਵੇਂ ਨਿਕਾਲਾਂਗੇ? ਅੰਕਿਤ ਮੁੱਲ ਵਿੱਚੋਂ ਕਟੌਤੀ ਮਾਈਨਸ ਕਰਕੇ ਵੇਚ ਮੁੱਲ ਕਿਵੇਂ ਨਿਕਾਲਾਂਗੇ? ਦੇਖੋ ਮਿਲਿਆ ਕਿੰਨੇ ਦਾ ਹੋਏਗਾ? ਜਿੰਨਾ ਅੰਕਿਤ ਮੁੱਲ ਸੀ ਉਹਦੇ ਵਿੱਚੋਂ ਜਿਹੜੀ ਕਟੌਤੀ ਉਹਨੂੰ ਮਾਈਨਸ ਕਰ ਦਾਂਗੇ, ਘਟਾ ਦਾਂਗੇ। ਅੰਕਿਤ ਮੁੱਲ ਮਾਈਨਸ ਕਟੌਤੀ। ਦੇਖੋ ਇਹ ਨਾ ਜਿਹੜੇ ਇਸ ਤਰ੍ਹਾਂ ਦੇ ਫਾਰਮੂਲੇ ਹੈ ਜਾਂ ਇਸ ਤਰ੍ਹਾਂ ਦੀ ਜਿਹੜੀ ਮੈਂ ਆਹ ਚੀਜ਼ ਲਿਖ ਰਹੀ ਹਾਂ, ਇਹਨੂੰ ਯਾਦ ਕਰਨ ਦੀ ਲੋੜ ਨਹੀਂ ਹੁੰਦੀ, ਇਹਨੂੰ ਸਮਝਣ ਦੀ ਜ਼ਰੂਰਤ ਹੁੰਦੀ ਹੈ ਕਿ ਅਸੀਂ ਆਮ ਜ਼ਿੰਦਗੀ 'ਚ ਜਦੋਂ ਮਾਰਕੀਟ ਜਾਂਦੇ ਹਾਂ ਤਾਂ ਕਿਸ ਤਰ੍ਹਾਂ ਵਿਵਹਾਰ ਕਰਦੇ ਹਾਂ, ਦੁਕਾਨਦਾਰ ਕਿਸ ਤਰ੍ਹਾਂ ਸਾਡੇ ਨਾਲ ਲੈਣ ਦੇਣ ਕਰਦਾ ਅਤੇ ਅਸੀਂ ਕਿਸ ਤਰ੍ਹਾਂ ਉਹਨੂੰ ਪੇ ਕਰਦੇ ਹਾਂ, ਪੈਸੇ ਦਿੰਦੇ ਹਾਂ, ਠੀਕ ਹੈ। ਅਤੇ ਵੇਚ ਮੁੱਲ ਕਿੰਨਾ ਹੈ? ਅੰਕਿਤ ਮੁੱਲ ਕਿੰਨਾ ਸੀ ਆਪਣੇ ਕੋਲ? 220, ਅਤੇ ਕਟੌਤੀ ਸਾਨੂੰ ਕਿੰਨੇ ਦੀ ਮਿਲੀ ਸੀ? 33 ਰੁਪਏ ਦੀ। ਆਪਾਂ ਹੁਣੇ ਨਿਕਾਲਿਆ ਸੀ ਆਨਸਰ, ਠੀਕ ਹੈ ਜੀ। ਅਤੇ ਸਾਡੇ ਕੋਲ ਕਿੰਨਾ ਆ ਜਾਏਗਾ? 187 ਰੁਪਏ ਸਾਨੂੰ ਦੇਣੇ ਪੈਣਗੇ, ਜਦੋਂ ਕਿ ਪੈਸੇ ਲਿਖੇ ਕਿੰਨੇ ਹੋਏ ਸੀ? 220 ਰੁਪਏ ਲਿਖੇ ਹੋਏ ਸੀ, ਠੀਕ ਹੈ। ਅਤੇ ਸਾਡੇ ਕੋਲ ਆਨਸਰ ਆ ਗਿਆ, ਯਾਨੀ ਕਿ ਕਟੌਤੀ ਆ ਗਈ ਸਾਡੇ ਕੋਲ 33 ਰੁਪਏ। ਉਹਨਾਂ ਨੇ 2 ਕੁਐਸਚਨ ਪੁੱਛੇ ਸੀ ਨਾ, ਕਟੌਤੀ 33 ਰੁਪਏ ਆ ਗਈ ਅਤੇ ਵੇਚ ਮੁੱਲ ਕਿੰਨਾ ਆ ਗਿਆ? 187 ਰੁਪਏ, ਠੀਕ ਹੈ। ਇਹ ਆਨਸਰ ਆ ਗਿਆ। ਅਗਲੇ ਕੁਐਸਚਨ ਦੇ ਉੱਪਰ ਚਲਦੇ ਹਾਂ। 4th ਕੁਐਸਚਨ ਹੈ ਕਿ ਇੱਕ ਛੱਤ ਵਾਲੇ ਪੰਖੇ ਦਾ ਅੰਕਿਤ ਮੁੱਲ 720 ਰੁਪਏ ਹੈ। ਕੋਈ ਪੱਖਾ ਹੈ, ਲਿਖਾਂਗੇ ਪੱਖੇ ਦਾ ਅੰਕਿਤ ਮੁੱਲ। ਇੱਕ ਤਾਂ ਜਿਹੜੀ ਚੀਜ਼ ਉਹਨਾਂ ਨੇ ਦਿੱਤੀ ਹੈ ਨਾ ਉਹ ਪਹਿਲਾਂ ਲਿਖ ਲਿਆ ਕਰੋ। ਪੰਖੇ ਦਾ ਅੰਕਿਤ ਮੁੱਲ ਕਿੰਨਾ ਹੈ? 720 ਰੁਪਏ। ਮੌਸਮ ਲੰਘਣ ਤੋਂ ਬਾਅਦ ਇਹਨੂੰ 684 ਰੁਪਏ ਵਿੱਚ ਵੇਚਿਆ ਜਾਂਦਾ ਹੈ। ਵੇਚਿਆ ਜਾਇਆ ਮਤਲਬ ਇਹਦਾ ਵੇਚ ਮੁੱਲ ਹੋ ਗਿਆ ਹੈ, ਠੀਕ ਹੈ। ਪੱਖੇ ਦਾ ਵੇਚ ਮੁੱਲ ਕਿੰਨਾ ਵਿਕਿਆ? ਕਿੰਨੇ ਵਿੱਚ ਵੇਚਿਆ ਗਿਆ? 684 ਰੁਪਏ ਵਿੱਚ। ਹੁਣ ਉਹਨਾਂ ਨੇ ਕਿਹਾ ਕਟੌਤੀ ਪ੍ਰਤੀਸ਼ਤ ਪਤਾ ਕਰੋ। ਹੁਣ ਕਟੌਤੀ ਪ੍ਰਤੀਸ਼ਤ ਦਾ ਆਪਣੇ ਕੋਲ ਫਾਰਮੂਲਾ ਕੀ ਸੀਗਾ? ਇਹ ਵਾਲਾ, ਠੀਕ ਹੈ। ਇਹਦਾ ਮਤਲਬ ਕਟੌਤੀ ਪ੍ਰਤੀਸ਼ਤ ਪਤਾ ਕਰਨ ਲਈ ਸਾਡੇ ਕੋਲ ਇੱਕ ਤਾਂ ਅੰਕਿਤ ਮੁੱਲ ਹੋਣਾ ਚਾਹੀਦਾ ਹੈਗਾ, ਆ ਰਿਹਾ ਅੰਕਿਤ ਮੁੱਲ 100 ਹੋਣਾ ਚਾਹੀਦਾ, 100 ਤਾਂ ਹੈਗਾ ਹੀ ਹੈ। ਕਟੌਤੀ ਪਤਾ ਹੋਣੀ ਚਾਹੀਦੀ। ਹੁਣ ਕਟੌਤੀ ਨਹੀਂ ਪਤਾ ਸਾਨੂੰ, ਕਟੌਤੀ ਅਸੀਂ ਪਤਾ ਕਰਨੀ ਹੈ, ਕਰ ਲੈਂਦੇ ਹਾਂ ਜੀ, ਠੀਕ ਹੈ। ਤਾਂ ਕਟੌਤੀ ਕਿਵੇਂ ਨਿਕਾਲਦੇ ਹਾਂ ਅਸੀਂ? ਅੰਕਿਤ ਮੁੱਲ ਮਾਈਨਸ ਵੇਚ ਮੁੱਲ, ਜਿੰਨਾ ਉਹਦੇ ਉੱਤੇ ਅੰਕਿਤ ਸੀ ਅਤੇ ਜਿੰਨੇ ਦਾ ਉਹ ਵਿਕਿਆ, ਉਹਨਾਂ ਦੋਵਾਂ ਦਾ ਫਰਕ ਜਿਹੜਾ ਹੈ ਉਹੀ ਤਾਂ ਕਟੌਤੀ ਹੈ, ਠੀਕ ਹੈ। ਅੰਕਿਤ ਮੁੱਲ ਕਿੰਨਾ ਹੈ? 720 ਰੁਪਏ। ਅਤੇ ਵੇਚ ਮੁੱਲ ਕਿੰਨਾ ਹੈ? 684 ਰੁਪਏ, ਠੀਕ ਹੈ। ਜਦੋਂ ਦੋਵਾਂ ਨੂੰ ਮਾਈਨਸ ਕੀਤਾ ਸਾਡੇ ਕੋਲ ਕਿੰਨਾ ਆ ਗਿਆ? 36 ਰੁਪਏ, ਠੀਕ ਹੈ। ਕਿੰਨਾ ਆ ਗਿਆ? 36 ਰੁਪਏ। ਹੁਣ ਕਟੌਤੀ ਪ੍ਰਤੀਸ਼ਤ ਨਿਕਾਲਣਾ ਹੈ ਤਾਂ ਅਸੀਂ ਕੀ ਕਰਾਂਗੇ? ਜਿੰਨੀ ਕਟੌਤੀ ਆਈ ਹੈ, ਕਿੰਨੀ ਕਟੌਤੀ ਆਈ ਆਪਣੇ ਕੋਲ? 36 ਰੁਪਏ ਬਟਾ ਅੰਕਿਤ ਮੁੱਲ ਕਿੰਨਾ ਸੀ? 720 ਰੁਪਏ ਗੁਣਾ ਕਿਹਦੇ ਨਾਲ ਕਰਾਂਗੇ? 100 ਦੇ ਨਾਲ। 1 0 ਨਾਲ 1 0 ਕੈਂਸਲ ਆਊਟ ਹੋ ਗਈ, ਠੀਕ ਹੈ। 36 ਦੂਣਾ 72 ਅਤੇ ਇੱਥੇ ਆ ਗਿਆ 5। ਤਾਂ ਕਿੰਨੇ ਪ੍ਰਤੀਸ਼ਤ ਦੀ ਕਟੌਤੀ ਮਿਲੀ? 5% ਦੀ। ਕਟੌਤੀ ਪ੍ਰਤੀਸ਼ਤ ਸੀ ਨਾ, ਇਸ ਕਰਕੇ ਇਹਦੇ ਪਿੱਛੇ ਵੀ ਅਸੀਂ ਪ੍ਰਤੀਸ਼ਤ ਲਗਾਵਾਂਗੇ। ਕਿੰਨਾ ਆਨਸਰ ਆ ਗਿਆ? 5%, ਠੀਕ ਹੈ। ਸਮਝ ਆਈ ਹੋਏਗੀ ਤੁਹਾਨੂੰ। ਜਦੋਂ ਆਪਾਂ ਨੂੰ ਇਹ ਪਤਾ ਲੱਗ ਜੇ ਕਿ ਸਾਨੂੰ ਦਿੱਤਾ ਕੀ ਹੈ
ਤੇ ਸਾਡੇ ਤੋਂ ਪੁੱਛਿਆ ਕੀ ਹੈ। ਇਹ ਦੋ ਚੀਜ਼ਾਂ ਪਤਾ ਲੱਗ ਜਾਣ, ਬੜੇ ਧਿਆਨ ਨਾਲ ਅਸੀਂ ਇਹਨੂੰ ਸੋਚੀਏ, ਇੱਕ ਪ੍ਰੋਪਰ ਪ੍ਰੋਸੀਜਰ ਨਾਲ ਚੱਲੀਏ ਤਾਂ ਸਾਨੂੰ ਬਹੁਤ ਈਜ਼ੀਲੀ ਆਨਸਰ ਪਤਾ ਲੱਗ ਜਾਂਦੇ ਆ। ਕਹਿੰਦੇ ਇੱਕ ਦੁਕਾਨ ਦੀਆਂ ਸਾਰੀਆਂ ਨਗਦ ਖਰੀਦਾਰੀਆਂ ਉੱਤੇ 4% ਕਟੌਤੀ ਦਿੱਤੀ ਜਾਂਦੀ ਹੈ। ਉਸ ਵਸਤੂ ਲਈ ਕਿੰਨੀ ਨਗਦ ਅਦਾਇਗੀ ਕਰਨੀ ਪਵੇਗੀ ਜਿਸ ਦਾ ਅੰਕਿਤ ਮੁੱਲ 650 ਰੁਪਏ ਹੈ। ਠੀਕ ਹੈ, ਤਾਂ ਅਸੀਂ ਵੇਖਦੇ ਹਾਂ। ਸਾਨੂੰ ਦਿੱਤਾ ਕੀ ਹੈ, ਅੰਕਿਤ ਮੁੱਲ ਕਿੰਨਾ ਦਿੱਤਾ ਹੈ, 650 ਰੁਪਏ। ਕਟੌਤੀ ਪ੍ਰਤੀਸ਼ਤ ਕਿੰਨਾ ਹੈ, 4%। ਤਾਂ ਕਟੌਤੀ ਕਿੰਨੀ ਆਏਗੀ, 650 ਦਾ 4%। ਦੱਸਿਆ ਸੀ ਨਾ ਕਿ ਪ੍ਰਤੀਸ਼ਤ ਹਮੇਸ਼ਾ ਕਿਸੇ ਸੰਖਿਆ ਦੇ ਉੱਪਰ ਹੁੰਦਾ ਹੈ ਤੇ ਕਟੌਤੀ ਪ੍ਰਤੀਸ਼ਤ ਹਮੇਸ਼ਾ ਅੰਕਿਤ ਮੁੱਲ ਦੇ ਉੱਪਰ ਹੁੰਦਾ ਹੈ। ਠੀਕ ਹੈ, ਤਾਂ ਅੰਕਿਤ ਮੁੱਲ ਦਾ 4%। ਤਾਂ 650 ਦਾ ਮਤਲਬ ਤੁਹਾਨੂੰ ਦੱਸਿਆ ਸੀ ਗੁਣਾ, 4% ਦਾ ਮਤਲਬ ਬਟਾ 100। ਠੀਕ ਹੈ, ਤਾਂ ਅਸੀਂ ਕੈਂਸਲ ਕੀਤਾ। कितना आ गया, 26 रुपए। ठीक है, तो ये की सी 26 रुपए सानू कटौती मिलती है हरेक 650 की वस्तु उपर जदों उहदे उत्ते कटौती 4% की लग जाती है तो 26 रुपए सानू घट देने पैंदे है। तो कहते किन्नी नगद अदायगी करनी पेगी, तो आप की लिखांगे या तो वेच मुल या इस जिहड़े इन्होंने पूछे उस भाषा दे विच अदायगी योग रकम, अदायगी योग रकम किन्नी है, अंकित मुल माइनस कटौती। ठीक है, अंकित मुल दे विचों असीं की करांगे, कटौती नूं माइनस कर देंगे। ठीक है, अंकित मुल किन्ना सी 650 तो कटौती किन्नी मिली सानू 26 रुपए की। थोड़ा जिहा ठीक करके लिखते हैं। ठीक है, तो अदायगी योग रकम किन्नी आ गई 624 रुपए सानू अदा करने पैणगे। ठीक है, 650 की वैसे चीज़ सी, 4% सानू कटौती का प्रतिशत मिलिया, असी कटौती निकाली। कटौती हमेशा अंकित मुल के उपर होंदी है, इस करके 650 यानी कि अंकित मुल का 4% सानू कटौती मिली किन्नी 26 रुपए असी साडे कोल आ गई, असी सॉल्व की। उस तो बाद अदायगी योग रकम किवें निकाली, अंकित मुल जिन्ना सी उहदे उत्ते जिन्नी सानू कटौती मिली दोवां नूं असी माइनस कर दिता तो साडे कोल 624 रुपए अदायगी योग रकम यानी कि वेच मुल आ गया। मतलब दुकानदार वालों वेच मुल, साडे वालों खरीद मुल। ठीक है, अगले क्वेश्चन ते चलते हैं। कहते अंकित मुल उत्ते, ये 6वां क्वेश्चन है, अंकित मुल उत्ते 20% कटौती देने उपरंत एक साड़ी 720 रुपए की बेची जाती है, इसका अंकित मुल पता करो। हुण इसनूं दो तरीके नाल कर सकते हैं। ठीक है, देखते हैं। अंकित मुल सानूं नहीं पता, असी मान लिया अंकित मुल x है, मान लो अंकित मुल x रुपये है। ठीक है, तो 20% कटौती मिली है उत्ते। ठीक है, कटौती किवें निकालांगे, x दा 20%, क्योंकि इस वेले साडे कोल संख्या किहड़ी है x है। ठीक है, तो इहनूं की करांगे x गुना 20/100 इन्नी सानू कटौती मिल गई। तो वेच मुल किन्ने दी है, 720 रुपए दी वेच दी जाती है। पर सानू पता है वेच मुल किन्ना हुंदा है, अंकित मुल माइनस कटौती। एक ही हुंदा है, वेच मुल हुंदा है साडे कोल, पर अंकित मुल साडे कोल किन्ना है x है, कटौती किन्नी है x गुना 20/100, ये साडे कोल वेच मुल आ गया। पर प्रश्न च की कह रहे वेच मुल किन्ना है 720 रुपए, इधर असी 720 रुपए लिखता। ठीक है, हुण असी इहनूं सॉल्व कर लांगे। x माइनस x/5 बराबर 720, ये किन्ना आ गया जो असीं इहनूं सॉल्व करांगे
5x माइनस x बटा 5 बराबर 720। 4x बराबर 720 गुना 5, x बराबर 720 गुना 5 बटा 4। ठीक है, जो असीं इहनूं सॉल्व किया कैंसल आउट करके तो साडे कोल कितना आ गया 900 रुपये, यानी कि उसका अंकित मुल कितना सी 900 रुपये, क्योंकि एक्स सी ना। ये तो आ गया एक्स के तरीके नाल। हुण असीं जेकर 100 वाले तरीके नाल करिए तो असीं की निकालना है, अंकित मुल पता करना है। ठीक है, आप मान लेने आ, मान लो असी 100 रुपये मान लिया अंकित मुल। ठीक है, तो कटौती सानू किन्नी मिलेगी। हुण जो 100 रुपये ही है तो कटौती तो कटौती प्रतिशत दे विच कोई फर्क नहीं रहेगा। कटौती सानू मिली 20 रुपये की। ठीक है जी, असी की लिखांगे तो वेच मुल कितना आ गया, वेच मुल कितना आ जाएगा फिर 100 माइनस 20, 80 रुपये वेच मुल आ जाएगा। ठीक है, असी लिखांगे 80 रुपये वेच मुल लई अंकित मुल कितना है 100 रुपये। असी उन्हें 100 रुपये रखे है। ठीक है, तो 1 रुपये जे 80 थां तो 1 रुपये होवे, 1 रुपये वेच मुल लई अंकित मुल कितना होएगा 100 बटा 80 रुपये। ठीक है, तो पर अपने को वेच मुल हैगा कितना है 720 रुपये। 720 रुपये वेच मुल लई अंकित मुल कितना होएगा 100 बटा 80 गुना 720। ठीक है, यूनिटरी मैथड इनू असीं कहने आ। पहला असी जिन्ना 100 के पिछे निकालना है वो लिख लिया, फिर असी 1 के पिछे लिख लिया कि कितना आएगा, फिर जिन्हें सानू दिती है वो पिछे असी लिख लिया। ठीक है, तो 0 नाल 0 कैंसल होगी, 9 8 72 तो कितना आ गया अंकित मुल कितना आ गया 900 रुपये। ठीक है, ये 2 मैथड तुहानूं दस्से, दोवें तरीके सही है, तुसी कोई भी चूज़ कर सकते हो, कोई भी ऑप्ट कर सकते हो। अगले क्वेश्चन ते चलते हैं। कहते अंकुश नूं 400 रुपये अंकित मुल वाली वस्तु उत्ते 8% कटौती मिलती है, वस्तु का खरीद मुल अते कटौती पता करो। उही ही है, देखो अंकुश ने खरीदी है तां ही उन्होंने कटौती मिली है ना, यदा मतलब अंकुश वालों चीज़ खरीदी गई है वह खरीद मुल है, पर दुकानदार ने तो वेची है, दुकानदार के एंड तो वह वेच मुल है, यानी कि खरीद मुल तो वेच मुल लगभग एक ही चीज़ होंगी है। अपने कोलों असी कोई चीज़ खरीदते हैं वो साडे लई खरीद मुल बन जाती है, पर जो दुकानदार वो चीज़ वेचता है वो लिए वो वेच मुल बन जाती है। ठीक है, तो असीं की लिखांगे अंकित मुल। अंकित मुल कितना आ गया 400 रुपये। ठीक है, कटौती प्रतिशत, कटौती प्रतिशत सन दिता है 8%, तो कटौती किवें पता करांगे, फिर ये प्रतिशत है, जे आप संख्या पता करनी है तो किवें पता करांगे अंकित मुल दा प्रतिशत 8%, तो अंकित मुल कितना सी 400 दा 8%। ठीक है, कितना आ गया 32 रुपये की उन्हें कटौती मिल गई। ठीक है, तो वेच खरीद मुल कितना आ गया वह, खरीद मुल आ गया 400 रुपये की, सॉरी अंकित मुल माइनस कटौती। ठीक है, अंकित मुल कितना है 400 रुपये, कटौती कितनी है सॉरी 32 रुपये, उन्हें निकाली है ना 32 रुपये, तो उन्होंने चीज़ किन्ने दी मिली फिर 368 रुपये की। ठीक है, तो साढ़े को 2 चीज़ां पूछियां सी, कटौती, कटौती कितनी आई 32 रुपये, उस तो बाद पूछा सी खरीद मुल, खरीद मुल कितना आ गया
368 रुपये। ठीक है, ਅੱਗੇ 8th ਕੁਐਸਚਨ ਵੱਲ ਚਲਦੇ ਹਾਂ ਕਿ ਰਚਨਾ ਨੂੰ 100 ਰੁਪਏ ਅੰਕਿਤ ਮੁੱਲ ਵਾਲੀਆਂ 3 ਕਿਤਾਬਾਂ ਤੇ ਕ੍ਰਮਵਾਰ 10%, 15% ਤੇ 20% ਕਟੌਤੀ ਮਿਲਦੀ ਹੈ। ਪਤਾ ਕਰੋ ਰਚਨਾ ਨੇ ਕੁੱਲ ਕਿੰਨੀ ਰਕਮ ਅਦਾ ਕੀਤੀ। ਹੁਣ ਇੱਕ ਗੱਲ ਵੇਖੋ, ਅੰਕਿਤ ਮੁੱਲ 100 ਰੁਪਏ ਹੈ, ਬੜਾ ਈਜ਼ੀ ਹੋ ਗਿਆ। ਜਦੋਂ ਅੰਕਿਤ ਮੁੱਲ 100 ਰੁਪਏ ਹੋ ਜੇ ਤਾਂ ਉਹਦਾ ਪ੍ਰਤੀਸ਼ਤ ਜਿਹੜਾ ਹੁੰਦਾ ਹੈ ਉਹੀ ਉਹ ਸੰਖਿਆ ਬਣ ਜਾਂਦੀ ਹੈ। ਠੀਕ ਹੈ, ਕਿਉਂਕਿ ਆਪਾਂ ਐਵੇਂ ਕਰਦੇ ਹਾਂ ਨਾ, ਸੰਖਿਆ ਦਾ ਪ੍ਰਤੀਸ਼ਤ, ਤੇ ਸੰਖਿਆ ਹੀ ਜਦੋਂ 100 ਹੋ ਗਈ ਆਪ ਹੀ, ਤਾਂ ਉਹਦਾ ਪ੍ਰਤੀਸ਼ਤ ਮੰਨ ਲਓ 10 ਬਟਾ, ਜਦੋਂ ਉਹਨੇ 10% ਕਿਹਾ 10/100 ਹੈ, ਆ ਤਾਂ ਕੈਂਸਲ ਹੀ ਹੋ ਜਾਏਗਾ, ਹਮੇਸ਼ਾ ਹੀ ਪਿੱਛੇ ਆ ਹੀ ਰਹਿ ਜਾਏਗਾ। ਯਾਨੀ ਕਿ ਉਸ ਸਮੇਂ ਕੀ ਹੈ, ਪ੍ਰਤੀਸ਼ਤ ਤੇ ਸੰਖਿਆ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ। ਜਿੰਨਾ ਪ੍ਰਤੀਸ਼ਤ ਦਿੱਤਾ ਹੁੰਦਾ ਉਹੀ ਕਟੌਤੀ ਆ, ਜਿਹੜੀ ਵੀ ਚੀਜ਼ ਦਿੱਤੀ ਹੁੰਦੀ ਹੈ ਉਹੀ ਆਪ ਬਣ ਜਾਂਦੀ ਹੈ। ਤਾਂ ਅਸੀਂ ਕੀ ਲਿਖਾਂਗੇ, ਅੰਕਿਤ ਮੁੱਲ ਬਰਾਬਰ 100 ਰੁਪਏ ਕਿਹਦਾ, ਹਰੇਕ ਕਿਤਾਬ ਦਾ। ਠੀਕ ਹੈ, ਪਹਿਲੀ ਕਿਤਾਬ ਉੱਤੇ ਛੋਟ ਕਿੰਨੀ ਹੈ, ਕਿੰਨੀ ਛੋਟ ਮਿਲੀ, ਛੋਟ ਪ੍ਰਤੀਸ਼ਤ ਨਹੀਂ, ਛੋਟ ਕਿੰਨੀ ਮਿਲੀ, 100 ਦਾ 10%, ਕਿੰਨਾ ਆ ਗਿਆ 10 ਰੁਪਏ। ਸਿੱਧਾ ਆਈ ਪ੍ਰਤੀਸ਼ਤ ਹੀ ਆ ਜਾਏਗਾ, ਜਿਹੜੀ ਚੀਜ਼ ਉਹਨੂੰ ਦਿੱਤੀ ਹੈ ਪ੍ਰਤੀਸ਼ਤ ਦੇ ਵਿੱਚ ਉਹੀ ਆ ਜਾਏਗੀ ਸੰਖਿਆ। ਦੂਸਰੀ ਕਿਤਾਬ ਉੱਪਰ ਦੂਸਰੀ ਕਿਤਾਬ ਤੇ ਕਿੰਨੀ ਛੋਟ ਮਿਲੀ, 100 ਦਾ 15%, 15 ਹੀ ਆ ਜਾਏਗਾ। ਠੀਕ ਹੈ, तीसरी किताब उपर छूट कितनी है, 100 का 20%, कितना आ जाएगा 20 आ जाएगा, 20 रुपये। ठीक है, यानी कि उन्हें 3 किताबां खरीदनियां सी, 3 किताबां का अंकित मुल कितना होएगा 300 रुपये है ना। एक का 100 है तो 3 का 300 होएगा, इत्थे लिख लो भावें। 3 किताबां का अंकित मुल, कुल अंकित मुल कितना आ गया 300 रुपये। ठीक है, बंदे वो 300 रुपये सी, पर उन्होंने छूट कितनी मिल गई, एक तो 10 की, एक तो 15 की, एक तो 20 की, कुल छूट उन्होंने कितनी मिली, तीनों छूटा जोड़ दिए कि पहली तो 10 मिली, दूजी तो 15, तीजी तो 20, कितनी मिली 45 रुपये की उन्होंने डिस्काउंट मिल गया, छूट मिल गई। ठीक है, तो हुण अदायगी योग रकम कितनी होएगी, कितनी रकम उन्हें देनी पड़ेगी, अंकित मूल माइनस छूट या कटौती। ठीक है, अंकित मूल कितना सी 300 रुपये सी कुल टोटल, छूट कितनी सी 45 रुपये की, तो उन्होंने पैसे कितने देने पैणगे 255 रुपये। ठीक है, 255 रुपये उन्होंने देने पैणगे। अगे आगे बहुविकल्पी प्रश्न, कटौती की गणना किस ते हुंदी है, ये वारी वारी कितनी वारी तुहानूं इस एक्सरसाइज दे विच बोलदी रही है कि कटौती की गणना हमेशा अंकित मुल के उपर हुंदी है। ठीक है, कटौती प्रतिशत बराबर हुंदी है, असी फॉर्मूला लिखिया सी, याद होए तुहानूं है ना, आ वाला फॉर्मूला सी ना साडे कोल, तो देखो किहड़ा फॉर्मूला है, कटौती बटा अंकित मुल गुना 100, पहला ही है ये ऑप्शन। ठीक है, कहते 15,000 अंकित मुल वाला एक मेज़ 14,400 विच उपलब्ध है, कटौती की प्रतिशत पता करो। पहला तो कटौती पता करांगे, 15,000 विचों 14,400 माइनस करांगे, कितना आ जाएगा 600। ठीक है, 600 रुपये की कटौती मिली, हुण इस फॉर्मूले दे विच पुट करांगे कटौती प्रतिशत, कटौती कितनी है 600, अंकित मुल कितना सी 15,000 गुणा 100 करांगे। ठीक है, तो कितना आ जाएगा साढ़े कोल, देखो
ये 2 0 नाल 2 0 कैंसल की, ये आ गया 4, कितना आ गया 4%, बी ऑप्शन आ गई। ठीक है, कितनी ऑप्शन आ गई, बी। ਅੱਗੇ है 900 रुपये अंकित मुੱਲ वाली एक किताब 873 रुपये ਦੀ ਵੇਚੀ ਜਾਂਦੀ ਹੈ। 900 रुपये अंकित मुੱਲ ਸੀ, 873 ਦੀ ਵੇਚੀ, ਛੋਟ ਕਿੰਨੇ ਦੀ ਮਿਲੀ ਉਹਨੂੰ, 27 रुपये ਦੀ। 27 रुपये ਦੀ ਕਟੌਤੀ ਕਿੰਨੇ ਤੇ ਅੰਕਿਤ ਮੁੱਲ ਤੇ ਹੈ, ਸਿੱਧਾ ਹੀ ਕਟੌਤੀ ਪੁੱਛੀ ਹੈ, ਪ੍ਰਤੀਸ਼ਤ ਨਹੀਂ ਪੁੱਛਿਆ, ਤਾਂ 27 रुपये ਆਨਸਰ ਆ। ਠੀਕ ਹੈ, ਉਸ ਤੋਂ ਬਾਅਦ ਇਹ ਇੱਕ ਕੁਰਸੀ 4% ਕਟੌਤੀ ਤੇ ਵੇਚੀ ਜਾਂਦੀ ਹੈ ਤੇ ਅੰਕਿਤ ਮੁੱਲ 450 ਹੈ, ਕੁਰਸੀ ਦਾ ਵੇਚ ਮੁੱਲ ਕਿੰਨਾ ਹੈ। ਤਾਂ ਅਸੀਂ ਕੀ ਕਰਾਂਗੇ, ਅੰਕਿਤ ਮੁੱਲ ਉੱਤੇ ਕਟੌਤੀ ਕੱਢਾਂਗੇ, 450 ਦਾ 4% ਕਿੰਨਾ ਆ ਗਿਆ, 450 ਗੁਣਾ 4/100। ठीक है, कैंसल आउट किया, 18 रुपये की छूट मिल गई। ठीक है, तो 450 विचों जे 18 माइनस कर दिए साढ़े कोल कितना आ जाएगा, 432 रुपये। ठीक, 432 रुपये की सानू वो चीज़ मिलेगी, आंसर आ गया। ठीक है जी, इस दे नाल ही अभ्यास 7.2 खत्म हो गई, कंप्लीट हो गई। उम्मीद है तुहानू ये समझ आई होएगी। जे तुहानू कोई डाउट है इस दे रिगार्डिंग तुसीं मैनू कमेंट सैक्शन दे विच पुछ सकदे हो, उहदा मैं आंसर करने की कोशिश करांगी। जे तुहानू वीडियो पसंद आई है, इस वीडियो नू लाइक करो, साडे चैनल नू सबसक्राइब करो, तो इस वीडियो नू मैक्सिमम शेयर करो तां जो तुहाडे फ्रेंड्स दे भी काम आ सके। थैंक यू सो मच।